ਹੈਲੋ ਸਤਿ ਸ਼੍ਰੀ ਅਕਾਲ ਜੀ। ਹੁਣ ਆਪਾਂ ਸੈਕਿੰਡ ਪਾਰਟ ਲੈ ਕੇ ਆਏ ਜਿਹਦੇ ਵਿੱਚ ਹੋਰ 10 ਕੁਐਸਚਨਸ ਨੇਗੇ ਜਿਹੜੇ ਰਿਪੀਟ ਹੋਏ ਨੇ ਬਾਰ-ਬਾਰ ਐਗਜ਼ਾਮ 'ਚ ਆਏ ਹੋਏ ਨੇ ਜਾਂ ਸੇਮ ਉਹਦੇ ਵਰਗੇ ਕੁਐਸਚਨ ਆਏ ਹੋਏ ਨੇ ਥੋੜ੍ਹੇ ਬਹੁਤ ਮੋਲਡ ਕਰਕੇ, ਬਟ ਮੈਥਡ ਸੇਮ ਹੈ ਸਾਰਿਆਂ ਦਾ, ਫਾਰਮੂਲੇ ਸੇਮ ਨੇਗੇ। ਤਾਂ ਆਪਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਸਟਾਰਟ ਕਰਦੇ ਹਾਂ ਵੀਡੀਓ ਨੂੰ। ਤਾਂ ਅੱਜ ਦਾ ਆਪਣਾ ਫਸਟ ਸਮ ਆਗਾ, ਸਮ ਆਫ ਟੂ ਨੰਬਰਸ ਇਜ਼ 27 ਐਂਡ ਦੇਅਰ ਡਿਫਰੈਂਸ ਇਜ਼ 5, ਫਾਈਂਡ ਨੀ ਨੰਬਰਸ ਯੂਜ਼ਿੰਗ ਲੀਨੀਅਰ ਇਕੁਏਸ਼ਨਸ। ਤਾਂ ਆਪਾਂ ਲੀਨੀਅਰ ਇਕੁਏਸ਼ਨ ਦੇ ਥਰੂ ਨੰਬਰ ਫਾਈਂਡ ਕਰਨੇ ਹੈਗੇ ਜਿਨ੍ਹਾਂ ਨੰਬਰਾਂ ਦਾ ਸਮ ਦਿੱਤਾ ਹੋਇਆ ਆਪਾਂ ਨੂੰ 27 ਹੈ ਅਤੇ ਡਿਫਰੈਂਸ ਹੈਗਾ 5। ਤਾਂ ਸਟਾਰਟਿੰਗ 'ਤੇ ਲੈਟ ਕਰ ਲਓ ਰਾਜੇ, ਲੈਟ ਨੰਬਰਸ, ਕਿਉਂਕਿ ਆਪਾਂ ਨੂੰ 2 ਨੰਬਰਸ ਕਿਹਾ ਇਹਨਾਂ ਨੇ, ਆਪਾਂ 2 ਨੰਬਰਸ ਲੈਟ ਕਰ ਲਏ ਇਸ ਐਕਸ ਅਤੇ ਵਾਈ। ਹੁਣ ਸਟਾਰਟਿੰਗ ਆਪਾਂ ਨੂੰ ਕੀ ਕਿਹਾ ਇਹਨਾਂ ਨੇ, ਸਿੱਧਾ ਲਿਖ ਦਿਓ, ਤੋਂ ਬਾਅਦ ਬਾਹਲੀ ਲਾਈਨਾਂ ਲੂਣਾ ਲਿਖਣ ਦੀ ਲੋੜ ਨਹੀਂ। ਅਕੋਰਡਿੰਗ ਟੂ ਕੁਐਸਚਨ, ਅਕੋਰਡਿੰਗ ਟੂ ਕੁਐਸਚਨ ਆਪਾਂ ਨੂੰ ਕੀ ਕਿਹਾ, ਸਮ ਆਫ 2 ਨੰਬਰਸ, ਸਮ ਕਿੰਨਾ ਗਾ 27, ਤਾਂ ਐਕਸ ਪਲਸ ਵਾਈ ਇਕਲ ਟੂ ਕਿੰਨਾ ਗਾ 27, ਡਿਫਰੈਂਸ ਕਿੰਨਾ ਗਾ ਐਕਸ ਮਾਈਨਸ ਵਾਈ ਇਕਲ ਟੂ 5। ਜਾਂ ਤਾਂ ਇੱਥੇ ਸਬਸਟੀਟਿਊਸ਼ਨ ਮੈਥਡ ਲਾ ਦਿਓ ਰਾਜੇ ਜਾਂ ਐਲੀਮੀਨੇਸ਼ਨ ਲਾ ਲਓ, ਜਿਹੜਾ ਮਰਜ਼ੀ ਲਗਾ ਲਓ, ਚਾਹੇ ਪੁੱਟ ਕਰਕੇ ਕਰ ਲਓ, ਸਿੱਧਾ ਹੋ ਜਾਊਗਾ ਡਾਇਰੈਕਟ। ਤੁਸੀਂ ਇੱਥੋਂ ਐਕਸ ਮਾਈਨਸ ਵਾਈ ਇਕਲ ਟੂ 5 ਹੈ, ਸੈਕਿੰਡ ਇਕੁਏਸ਼ਨ ਹੈਗੀ। ਫਿਰ ਆਪਣੇ ਕੋਲ ਐਕਸ ਹੈ 5 ਹੈ, ਇਹ ਮਾਈਨਸ ਵਾਈ ਉੱਧਰ ਜਾ ਕੇ ਹੋ ਗਿਆ ਪਲੱਸ ਵਾਈ। ਇਹ ਐਕਸ ਦੀ ਵੈਲਿਊ ਇਹ 'ਚ ਪੁੱਟ ਕਰ ਦਿਓ, ਕਿਉਂਕਿ ਇਸੇ ਤੋਂ ਆਪਾਂ ਕੱਢੀ ਹੈ ਸੈਕਿੰਡ ਇਕੁਏਸ਼ਨ ਤੋਂ ਆਪਾਂ ਵੈਲਿਊ ਕੱਢੀ ਐਕਸ ਦੀ, ਤਾਂ ਫਸਟ 'ਚ ਪੁੱਟ ਕਰ ਦਿਓ। ਐਕਸ ਦੀ ਜਗ੍ਹਾ 'ਤੇ ਆਪਾਂ ਪੁੱਟ ਕਰਾਂਗੇ 5 ਪਲੱਸ ਬਾਈ, 5 ਪਲੱਸ ਬਾਈ ਪਲੱਸ ਵਾਈ ਇਕਲ ਟੂ 27, ਤਾਂ ਵਾਈ ਪਲੱਸ 2y ਇਕਲ ਟੂ 27, 2y ਇਕਲ ਟੂ 27। ਇਹ 5 ਉੱਧਰ ਜਾ ਕੇ ਕਾਹਦਾ ਹੋ ਜਾਊਗਾ ਆਪਣੇ ਕੋਲ, ਇੱਧਰ ਮਾਈਨਸ ਦਾ 5 ਆ ਜਾਊਗਾ, ਇੱਧਰੋਂ ਆਪਾਂ ਕੱਟਤਾ। ਤਾਂ ਇੱਥੇ ਕਿੰਨਾ ਆ ਗਿਆ ਆਪਣੇ ਕੋਲੇ, ਮਾਈਨਸ ਕਿਤੇ 22 ਆ ਗਿਆ, y ਇਕਲ ਟੂ 22/2 ਕੱਟ ਕੇ ਕਿੰਨਾ ਗਿਆ 11। ਤਾਂ y ਕਿੰਨੀ ਹੈਗੀ ਆਪਣੇ ਕੋਲੇ 11। ਹੁਣ y ਦੀ ਵੈਲਿਊ 11 ਆ ਗਈ, ਇਹ ਆਪਾਂ ਇਹ 'ਚ ਪੁੱਟ ਕਰ ਦਾਂਗੇ y ਦੀ ਵੈਲਿਊ x ਇਕਲ ਟੂ 5 ਪਲੱਸ y, ਕਿਉਂਕਿ ਇੱਥੋਂ ਆਪਾਂ ਸੈਕਿੰਡ ਇਕੁਏਸ਼ਨ ਤੋਂ ਕੱਢ ਕੇ ਵੈਲਿਊ ਪੁੱਟ ਕੀਤੀ ਸੀਗੀ, ਤਾਂ y ਇਕਲ ਟੂ 11 ਇਹ 'ਚ ਪੁੱਟ ਕਰ ਦਿਓ। x ਇਕਲ ਟੂ 5 ਪਲੱਸ 11, ਤਾਂ ਤੁਹਾਡੀ x ਆ ਗਈ 16। ਇਹੀ ਆਪਾਂ 2 ਨੰਬਰ ਫਾਈਂਡ ਕਰਨੇ ਸੀ। ਹੁਣ ਤੁਸੀਂ ਕਰਕੇ ਦੇਖ ਲਓ, ਆਪਾਂ ਨੂੰ ਇਹਨਾਂ ਨੇ ਸਮ ਦਿੱਤਾ ਹੋਇਆ ਹੈਗਾ ਐਕਸ ਪਲੱਸ ਵਾਈ 27, ਤਾਂ 16 ਅਤੇ 11 ਕਿੰਨੇ ਹੋ ਗਏ 27। ਇਹਦਾ ਡਿਫਰੈਂਸ ਦੇਖ ਲਓ, 16 ਮਾਈਨਸ 11 ਕਿੰਨਾ ਹੋ ਗਿਆ 5, ਮਤਲਬ ਸਹੀ ਹੈ। ਸੈਕਿੰਡ ਸਮਰ ਹੈ ਜੀ ਆਪਣਾ, ਸੋਲਵ ਯੂਜ਼ਿੰਗ ਕੁਆਡਰੇਟਿਕ ਫਾਰਮੂਲਾ। ਆਪਾਂ ਨੂੰ ਇਕੁਏਸ਼ਨ ਦਿੱਤੀ ਹੋਈ ਹੈਗੀ 3x² ਮਾਈਨਸ 2x ਮਾਈਨਸ 8 ਇਕਲ ਟੂ 0। ਹੁਣ ਇਹਨਾਂ ਨੇ ਕੁਆਡਰੇਟਿਕ ਫਾਰਮੂਲਾ ਕਹਿ ਰਿਹਾ ਜੇ ਤੁਸੀਂ ਫਸਟ ਪਾਰਟ ਸੁਣਿਆ ਇਸ ਤੋਂ ਪਹਿਲਾਂ, ਫਸਟ ਵੀਡੀਓ ਜਿਹੜੀ ਆਪਾਂ ਜਿਹਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਕੀਤੇ ਨੇਗੇ ਫਸਟ ਪਾਰਟ ਦੇ ਵਿੱਚ, ਉਹਦੇ ਵਿੱਚ ਸੇਮ ਇੱਦਾਂ ਦਾ ਕੁਐਸਚਨ ਪਹਿਲਾਂ ਆਇਆ ਹੋਇਆ, ਇਹ ਕੁਐਸਚਨ ਦੁਬਾਰਾ ਰਿਪੀਟ ਹੋਏਗਾ, ਬਸ ਫਰਕ ਇਹ ਥੋੜੀ ਸਟੇਟਮੈਂਟ ਦਾ ਫਰਕ ਹੈ। ਉਹ 'ਚ ਆਪਾਂ ਸੇਮ ਕੁਆਡਰੇਟਿਕ ਫਾਰਮੂਲਾ ਲਾ ਕੇ ਐਕਸ ਦੀ ਵੈਲਿਊ ਫਾਈਂਡ ਕੀਤੀ ਹੋਈ ਹੈ। ਤਾਂ ਹੁਣ ਇੱਕ ਵਾਰੀ ਆਪਾਂ ਟਰਾਈ ਕਰ ਲੈਂਦੇ ਹਾਂ ਇਹ ਵਾਲਾ ਵੀ, ਪਰ ਤੁਹਾਨੂੰ ਫਾਰਮੂਲਾ ਯਾਦ ਹੋਊਗਾ ਮੈਨੂੰ ਲੱਗਦਾ ਜਿਨ੍ਹਾਂ ਨੇ ਪਹਿਲਾਂ ਵਾਲੀ ਵੀਡੀਓ ਦੇਖੀ ਹੈ। ਕੁਆਡਰੇਟਿਕ ਫਾਰਮੂਲਾ ਹੁੰਦਾ ਤੁਹਾਡਾ ਐਕਸ ਇਕਲ ਟੂ ਮਾਈਨਸ ਬੀ ਪਲੱਸ ਮਾਈਨਸ b² ਮਾਈਨਸ 4ac ਅਪੋਨ 2a। ਹੁਣ ਇਹ ਤੁਹਾਨੂੰ ਪਤਾ ਇਹ ਤੁਹਾਡੀ a ਹੈ, ਇਹ ਤੁਹਾਡੀ b ਹੈ, ਇਹ ਤੁਹਾਡੀ c ਹੈ। ਤਾਂ b ਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲ ਰਾਜੇ, ਮਾਈਨਸ b, ਇੱਕ ਮਾਈਨਸ a ਵਾਲੀ ਇੱਕ ਮਾਈਨਸ a ਹੈ। ਅਤੇ ਇੱਕ ਵਾਰੀ ਤੁਸੀਂ ਪੂਰੀ ਪ੍ਰੋਪਰ ਵੈਲਿਊ ਪੁੱਟ ਕਰਿਆ ਕਰੋ ਤਾਂ ਕਿ ਤੁਹਾਡੀ ਕੋਈ ਗਲਤੀ ਨਾ ਰਹੇ, ਨਹੀਂ ਕਈ ਵਾਰ ਗਲਤੀ ਰਹਿ ਜਾਂਦੀ ਜੇ ਤੁਸੀਂ ਇੱਥੇ ਸੋਲਵ ਕਰ ਦਿੰਦੇ ਹੋਗੇ, ਕਿਉਂਕਿ ਮੈਥ ਦੇ ਵਿੱਚ ਕੈਲਕੂਲੇਸ਼ਨ 'ਚ ਹੀ ਗਲਤੀਆਂ ਰਹਿੰਦੀਆਂ ਨੇਗੀਆਂ। ਆਪਾਂ ਫਾਰਮੂਲੇ ਵਗੈਰਾ ਕਈ ਵਾਰੀ ਸਹੀ ਲਾ ਲੈਂਦੇ ਹਾਂ, ਬਟ ਕੈਲਕੂਲੇਸ਼ਨ ਜਲਦਬਾਜ਼ੀ 'ਚ ਕਰਦੇ ਹਾਂ, ਉੱਥੇ ਗਲਤੀਆਂ ਪੈ ਜਾਂਦੀਆਂ। ਹੁਣ ਦੇਖੋ ਮਾਈਨਸ ਮਾਈਨਸ ਪਲੱਸ ਹੋ ਗਈ 2 ਆ ਗਿਆ, ਪਲੱਸ ਮਾਈਨਸ 2 ਦਾ ਸਕੁਆਇਰ 4 ਹੋ ਗਿਆ, ਇੱਕ ਮਾਈਨਸ a ਹੈ ਇੱਕ ਮਾਈਨਸ a ਹੈ, ਮਾਈਨਸ ਮਾਈਨਸ ਪਲੱਸ, ਇਹਦੀ ਮਲਟੀਪਲਾਈ ਕਰ ਦਿਓ, 4 3 ਜਾਂ 12, 12 8 96, 4 ਪਲੱਸ 96, ਨੀਚੇ ਮਲਟੀਪਲਾਈ ਕਰ ਦਿਓ 6 ਆ ਗਿਆ ਆਪਣੇ ਕੋਲੇ। 2 ਪਲੱਸ ਮਾਈਨਸ ਕਿੰਨਾ ਆ ਗਿਆ ਇੱਥੇ 100 6। ਹੁਣ ਆਪਣੇ ਕੋਲ ਹੈਗਾ 2 ਪਲੱਸ ਮਾਈਨਸ 10 ਅਪੋਨ 6, ਇਹ ਆ ਗਈ ਨਾ। ਹੁਣ ਆਪਾਂ ਐਕਸ ਨੂੰ ਆਪਣੇ ਕੋਲ ਐਕਸ ਦੇ 2 ਵੈਲਿਊਜ਼ ਹੋਣਗੇ, ਇੱਕ ਵਾਰੀ ਪਲੱਸ ਇੱਕ ਵਾਰੀ ਮਾਈਨਸ, ਤਾਂ ਇਹਨੂੰ ਆਪਾਂ 2 ਵੈਲਿਊਜ਼ ਲਿਖ ਲੈਂਦੇ ਹਾਂ ਆਪਾਂ, 2 ਪਲੱਸ 10 ਅਪੋਨ 6 ਇੱਕ 2 ਮਾਈਨਸ 10 ਅਪੋਨ 6। ਇਹ ਆ ਜੋ ਆਪਣੇ ਕੋਲ 12 ਅਪੋਨ 6 2, ਇਹ ਆ ਗਈ ਆਪਣੇ ਕੋਲ ਮਾਈਨਸ 8 ਅਪੋਨ 6 4, ਨੀਚੇ ਆ ਗਈ ਆਪਣੇ ਕੋਲ 3, 2 ਦੇ ਟੇਬਲ 'ਤੇ ਕੱਟਦੀਆਂ। ਤਾਂ ਐਕਸ ਦੀਆਂ 2 ਵੈਲਿਊਜ਼ ਕਿਹੜੀਆਂ ਆ ਗਈਆਂ, ਇੱਕ ਤਾਂ 2 ਆ ਗਈ, ਇੱਕ ਇਹ ਆ ਗਈ ਮਾਈਨਸ 4 ਅਪੋਨ 3। ਇਹੀ ਆਪਾਂ ਨੂੰ ਉਹਨਾਂ ਨੇ ਪੁੱਛਿਆ ਸੀ। ਦੇਖੋ ਵੀ ਸੋਲਵ ਯੂਜ਼ਿੰਗ ਕੁਆਡਰੇਟਿਕ ਫਾਰਮੂਲਾ, ਆਪਾਂ ਕੁਆਡਰੇਟਿਕ ਫਾਰਮੂਲਾ ਲਗਾ ਕੇ 2 ਵੈਲਿਊਜ਼ ਕੱਢਦੀਆਂ ਐਕਸ ਦੀਆਂ। ਹੁਣ ਜੇ ਤੁਹਾਨੂੰ ਕੁਛ ਨਹੀਂ ਸਮਝ ਆ ਰਿਹਾ, ਤੁਸੀਂ ਪਹਿਲਾਂ ਵਾਲੀ ਵੀਡੀਓ ਦੇਖ ਸਕਦੇ ਹੋ, ਉਹਦੇ ਵਿੱਚ ਇਹਨੂੰ ਪ੍ਰੋਪਰ ਸਮਝਾਇਆ ਹੋਇਆ ਮੈਂ ਕਿਵੇਂ ਸੋਲਵ ਕੀਤਾ। ਇਸ ਮੈਂ ਥੋੜ੍ਹਾ ਜਿਹਾ ਜਲਦੀ ਕਰਤਾ ਤਾਂ ਕਿ ਆਪਾਂ ਅੱਗੇ ਹੋਰ ਸਮ ਕਰ ਸਕੀਏ। ਓਕੇ ਰਾਜੇ, ਚਲੋ ਨੈਕਸਟ ਕਰ ਰਾਜੇ। ਥਰਡ ਸਮ, ਦੀ 7th ਟਰਮ ਆਫ ਐਨ AP
is 22 and the 13th term is 40. Find the AP and 20th term. ਇਹ ਕਹਿੰਦੇ AP ਦੀ ਆਪਾਂ ਨੂੰ 7th ਟਰਮ ਗਿਵਨ ਹੈ ਐਂਡ 13th ਟਰਮ ਗਿਵਨ ਹੈ, ਆਪਾਂ ਫਾਈਂਡ ਕਰਨੀ ਹੈਗੀ 20th ਟਰਮ। ਤਾਂ ਹੁਣ ਦੇਖੋ A7 ਗਿਵਨ ਹੈ ਜੋ ਆਪਾਂ ਪਹਿਲਾਂ ਉਹ ਲਿਖ ਦੇਣਾ ਜੀ। A7 ਕਿੰਨਾ ਦਿੱਤਾ ਹੋਇਆ ਤੁਹਾਨੂੰ 22 ਐਂਡ A13 ਕਿੰਨਾ ਦਿੱਤਾ ਹੋਇਆਗਾ 40। ਤਾਂ ਹੁਣ ਤੁਹਾਨੂੰ ਜਰਨਲ ਟਰਮ ਯਾਦ ਹੋਣੀ ਹੈਗੀ AN ਕੀ ਹੁੰਦੀ ਹੈ ਆਪਣੇ ਕੋਲ A ਪਲੱਸ N-1D ਯਾਦ ਹੈ ਤੁਹਾਨੂੰ। ਹੁਣ ਇਹ ਦੇਖੋ ਜੇ ਇੱਥੇ ਆਪਣੇ ਕੋਲ nth ਟਰਮ ਹੈ ਅਤੇ ਇੱਥੇ D ਦੇ ਨਾਲ ਕਿੰਨਾ ਆਉਂਦਾ N-1, ਤਾਂ ਤੁਹਾਡੇ ਕੋਲ ਜਿਹੜੀ ਮਰਜ਼ੀ ਟਰਮ ਆ ਜੇ ਤੁਸੀਂ ਉੱਥੇ ਕੀ ਫਾਰਮੂਲਾ ਅਪਲਾਈ ਕਰੋਗੇ। A7 ਹੈ ਨਾ, ਇਹਨੂੰ ਕੀ ਲਿਖ ਸਕਦੇ ਹੋ A ਪਲੱਸ 6D। ਕਿਉਂ ਇੱਥੇ 7 ਹੈ ਇੱਥੇ ਕਿੰਨਾ ਹੈਗਾ 6D, ਬਿਕੋਜ਼ ਇੱਥੇ N ਹੈ N-1। ਸਾਰੇ ਫਾਰਮੂਲੇ 'ਚ ਪੁੱਟ ਕਰਨ ਦੀ ਲੋੜ ਨਹੀਂ, ਡਾਇਰੈਕਟ ਲਿਖ ਦਿਓ 22। ਇਹਦਾ ਤੁਹਾਡੇ ਕੋਲ A13 ਇਹਦਾ ਹੋ ਜਾਊਗਾ A ਪਲੱਸ 12D ਇਕੁਅਲ ਟੂ 40। ਹੁਣ ਆਪਣੇ ਕੋਲ ਦੋ ਕੁਐਸਚਨ ਬਣ ਗਏ, ਇਹਨਾਂ ਤੋਂ ਆਪਾਂ ਕੀ ਫਾਈਂਡ ਕਰਨਾ ਗਾ A ਅਤੇ D ਕੱਢਣੀ ਆਪਾਂ ਉਦੋਂ, ਕਿਉਂਕਿ ਆਪਾਂ 20th ਅਤੇ AP ਫਾਈਂਡ ਕਰਨੀ ਹੈ ਪੂਰੀ। ਤਾਂ ਹੁਣ ਦੇਖੋ ਇੱਥੇ A ਪਲੱਸ 6D ਇਕੁਅਲ ਟੂ 22, ਇਹਨਾਂ ਨੂੰ ਆਪਾਂ ਇਕੱਠੇ ਲਿਖ ਲੈਂਦੇ ਹਾਂ। A ਪਲੱਸ 6D 22 A ਪਲੱਸ 12D ਇਕੁਅਲ ਟੂ 40। ਸਾਈਨ ਚੇਂਜ ਕਰ ਦਿਓ, ਮਾਈਨਸ 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 A ਕੈਂਸਲ ਹੋ ਗਿਆ, 6D ਅਤੇ 12D 'ਚ ਮਾਈਨਸ ਕਰਾਂਗੇ ਮਾਈਨਸ 6D ਆ ਜਾਊ ਆਪਣੇ ਕੋਲ। ਇੱਧਰ 40 22 ਮਾਈਨਸ ਕਰਾਂਗੇ ਮਾਈਨਸ 18 ਆ ਜਾਊਗਾ, ਮਾਈਨਸ ਨਾਲ ਮਾਈਨਸ ਕੈਂਸਲ ਹੋ ਗਈ। D ਆਪਣੇ ਕੋਲ ਕਿੰਨੀ ਹੈਗੀ 18/6 3। ਹੁਣ D ਤੁਹਾਡੇ ਕੋਲ 3 ਆਈ ਹੈ, ਇਹਨਾਂ 'ਚੋਂ ਕਿਸੇ ਦੇ ਵਿੱਚ ਵੀ ਪੁੱਟ ਕਰ ਦਿਓ ਜੀ ਇੱਕ ਕੁਐਸਚਨ ਦੇ ਵਿੱਚ, ਤਾਂ ਤੁਹਾਡੇ ਕੋਲ D ਨਿਕਲ ਆਊਗੀ, ਸੌਰੀ A ਨਿਕਲ ਆਊਗੀ। ਮੈਂ ਫਸਟ ਲੈ ਲਈ A ਪਲੱਸ 6D, ਇਹਦੇ ਵਿੱਚ D ਦੀ ਵੈਲਿਊ ਪੁੱਟ ਕਰ ਦਿਓ। A ਉਵੇਂ ਆ ਜਾਊਗੀ 6 3 22 A ਇਕੁਅਲ ਟੂ 22 ਮਾਈਨਸ 18 ਕਿੰਨਾ ਹੋ ਜਾਊਗਾ ਤੁਹਾਡੇ ਕੋਲ 4। ਤਾਂ D ਆ ਗਈ ਤੁਹਾਡੀ 3, A ਆ ਗਈ ਤੁਹਾਡੀ 4। ਆਪਾਂ ਕੀ ਫਾਈਂਡ ਕਰਨੀ ਹੈਗੀ A 20th ਟਰਮ। ਤਾਂ ਹੁਣ ਇਹਦੇ ਅਕੋਰਡਿੰਗ ਤੁਸੀਂ ਲਗਾ ਲਓ A 20 ਹੈ ਤੁਹਾਡੇ ਕੋਲ, ਇਹਦਾ ਕੀ ਫਾਰਮੂਲਾ ਹੁੰਦਾ A ਪਲੱਸ 19D। A 20 ਕੀ ਹੋਊ ਆਪਣੇ ਕੋਲ A ਪਲੱਸ 19D। ਤਾਂ ਸੇਮ ਵਿੱਚ ਵੈਲਿਊ ਪੁੱਟ ਕਰ ਦਿਓ 4 A ਦੀ ਵੈਲਿਊ ਪਲੱਸ 19 D ਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲ 3 4 ਪਲੱਸ 19 3 ਜਾਂ ਮਲਟੀਪਲਾਈ ਕੀਤੀ 57, ਤਾਂ ਤੁਹਾਡੇ ਕੋਲ ਕਿੰਨੀ ਹੈਗੀ 61। ਹੁਣ ਅੱਗੇ ਉਹਨਾਂ ਨੇ ਕਿਹਾ ਹੈਗਾ ਆਪਾਂ ਨੂੰ AP ਫਾਈਂਡ ਕਰੋ। ਤਾਂ AP ਕੀ ਹੁੰਦੀ ਹੈ ਆਪਣੇ ਕੋਲ ਅਰਥਮੈਟਿਕ ਪ੍ਰੋਗਰੈਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ। ਜਰਨਲ ਟਰਮ A ਪਲੱਸ D A ਪਲੱਸ 2D A ਪਲੱਸ 3D ਸੋ ਔਨ, ਇਹੀ ਹੁੰਦੀ ਹੈ ਨਾ। ਹੁਣ A ਤੁਹਾਨੂੰ ਪਤਾ ਰਾਜੇ 4 ਹੈ, D ਕਿੰਨੀ ਆਊਗੀ ਤੁਹਾਡੀ 4 ਪਲੱਸ 3 ਸੇਮ ਉੱਦਾਂ ਹੀ 4 ਪਲੱਸ 2 ਮਲਟੀਪਲਾਈ 3 4 ਪਲੱਸ 3 D ਕਿੰਨੀ ਹੈ ਤੁਹਾਡੀ 3 ਸੋ ਔਨ। ਤਾਂ 4 7 4 3 2 ਜਾਂ 6 6 ਪਲੱਸ 10 ਪਲੱਸ 13 ਸੌਰੀ ਕੋਮਾ ਸੋ ਔਨ। ਹੁਣ ਤੁਸੀਂ ਕਰਕੇ ਦੇਖੋ, ਇਹਦਾ ਡਿਫਰੈਂਸ ਕਰਕੇ ਦੇਖੋ 7 ਮਾਈਨਸ 4 ਕਿੰਨਾ ਗਿਆ 3 10 ਮਾਈਨਸ 7 3, ਮਤਲਬ ਸਹੀ ਹੈ। ਇਹ ਤੁਹਾਡੀ AP ਬਣ ਗਈ, ਉਹਨਾਂ ਨੇ ਕਿਹਾ ਸੀਗਾ ਆਨਸਰ। ਇਹ ਇਸ ਤੋਂ ਪਹਿਲਾਂ ਆਪਾਂ ਨੂੰ ਪੁੱਛਿਆ ਸੀਗਾ A 20th ਕਿੰਨੀ ਟਰਮ ਉਹ ਹੈਗੀ ਤੁਹਾਡੀ 61। ਤੁਹਾਡਾ ਸਮ ਹੋ ਗਿਆ ਕੰਪਲੀਟ। ਕੁਛ ਨਾ ਸਮਝ ਆ ਰਿਹਾ ਜੀ ਕਮੈਂਟ ਕਰ ਲਿਓ। ਨੈਕਸਟ ਸਮ ਹੈ ਜੇ ਫਾਈਂਡ ਏਰੀਆ ਆਫ ਟ੍ਰਾਇੰਗਲ ਵਿਦ ਵਰਟਿਸਿਸ 2 3 4 7 6 1। ਆਪਾਂ ਨੂੰ ਟ੍ਰਾਇੰਗਲ ਦੇ 3 ਵਰਟਿਸਿਸ ਗਿਵਨ ਨੇਗੇ 2 3 4 7 ਅਤੇ 6 -1। ਆਪਾਂ ਕੀ ਫਾਈਂਡ ਕਰਨਾ ਗਾ ਏਰੀਆ ਆਫ ਟ੍ਰਾਇੰਗਲ। ਹੁਣ ਤੁਹਾਨੂੰ ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ ਗਾ। ਏਰੀਆ ਆਫ ਟ੍ਰਾਇੰਗਲ ਕੀ ਫਾਰਮੂਲਾ ਹੁੰਦਾ 1/2 ਮਾਡੂਲਸ ਇਹਦੇ ਅੰਦਰ ਹੁੰਦਾ ਆਪਣੇ ਕੋਲ x1 ਦੇ ਨਾਲ y2 ਮਾਈਨਸ y3। ਮਤਲਬ ਜਿੱਥੇ 1 ਹੈ ਤਾਂ y2 ਅਤੇ 3 ਆਉਣਗੀਆਂ, 1 ਨਹੀਂ ਆਊਗੀ, ਇਹ ਯਾਦ ਰੱਖਿਓ। ਹੁਣ ਪਲੱਸ x2 ਹੈ ਤਾਂ ਹੁਣ ਦੇਖੋ 2 ਤੋਂ ਬਾਅਦ ਕੀ ਆਊਗੀ y3 ਆਊਗੀ 2 3 ਮਾਈਨਸ y1। ਹੁਣ ਇੱਥੇ ਤੁਸੀਂ ਕਿਤੇ y1 ਮਾਈਨਸ y3 ਲਿਖ ਦਿਓ ਤਾਂ ਵੀ ਗਲਤ ਹੈ। ਪਲੱਸ x3 y1 ਮਾਈਨਸ y2। ਹੁਣ ਇਹ 'ਚ ਵੈਲਿਊ ਪੁੱਟ ਕਰੋ। x1 ਕੀ ਹੈ ਤੁਹਾਡੀ 2 y2 ਹੈਗੀ ਤੁਹਾਡੀ 7 ਮਾਈਨਸ y3 ਹੈਗੀ -1। ਇਹ ਬ੍ਰੈਕਟ ਬੰਦ ਹੋ ਗਈ। ਅਗਲੀ x2 ਕਿੰਨੀ ਹੈ ਤੁਹਾਡੀ 4। ਤਾਂ ਨੈਕਸਟ y3 ਹੈ, y3 ਕਿੰਨੀ ਹੈ ਤੁਹਾਡੇ ਕੋਲ -1 ਮਾਈਨਸ y1 ਕਿੰਨੀ ਹੈ ਤੁਹਾਡੇ ਕੋਲ 3 ਪਲੱਸ x3 ਕਿੰਨੀ ਹੈ ਰਾਜੇ 6 y1 ਕਿੰਨੀ ਹੈ ਹੁਣ ਦੇਖੋ 3 ਮਾਈਨਸ y2 ਕਿੰਨੀ ਹੈ ਤੁਹਾਡੇ ਕੋਲ 7 1/2 2। ਇਹਨਾਂ ਦੀ ਹੁਣ ਅੱਗੇ ਆਪਾਂ ਮਲਟੀਪਲਾਈ ਕਰਾਂਗੇ। ਪਹਿਲਾਂ ਇਹਨਾਂ ਨੂੰ ਪਲੱਸ ਕਰ ਲਈਏ ਬ੍ਰੈਕਟ ਵਾਲਿਆਂ ਨੂੰ ਸਾਰਿਆਂ ਨੂੰ 7 1 8 ਹੋ ਗਿਆ ਪਲੱਸ 4 -4 ਹੋ ਗਿਆ ਪਲੱਸ 6 -4 ਹੋ ਗਿਆ 1/2 16 -16 -24। ਇਹ ਆ ਗਿਆ ਤੁਹਾਡੇ ਕੋਲ, ਇਹਦਾ ਦੇਖੋ ਕੈਂਸਲ ਹੋ ਗਿਆ ਤਾਂ ਕਿੰਨਾ ਰਹਿ ਗਿਆ ਤੁਹਾਡੇ ਕੋਲ 1/2 ਮਾਡੂਲਸ 'ਚ ਆ ਗਿਆ -24। ਹੁਣ ਆਪਾਂ ਨੂੰ ਪਤਾ ਮਾਡੂਲਸ ਤੋਂ ਬਾਹਰ ਆ ਕੇ ਵੈਲਿਊ ਇੱਕ ਮਾਈਨਸ ਦੀ ਹੁੰਦੀ ਇੱਕ ਪਲੱਸ ਦੀ ਹੁੰਦੀ, ਆਪਾਂ ਪਲੱਸ ਵਾਲੀ ਰੱਖਾਂਗੇ
क्योंकि एरिया कदे भी नैगेटिव नहीं होगा। तो 24 कैंसल कितना आ गया अपने को, कैंसल किया 12 आ गया, 12 स्क्वायर यूनिट्स आ गया अपने को आंसर। एरिया हमेशा पॉजिटिव होंगे तो करके आप नैगेटिव लै नहीं सकते है जी। इतने देखो बिल्कुल ईजी सीगा। बाकी रही गल सारी है फार्मूले ते, तो फार्मूला तुम चैक कर लियो। एक होर मैथड राही भी कराया होएगा, आई थिंक इंस्टाग्राम पर होगी वीडियो, चैक कर लियो जी किमें कराया होएगा। वो बहुत ईजी है जो थोड़ा इदा नहीं याद रहता। बाकी जो इदा ही याद रहता तो कोई इशू नहीं है। चलो नैक्सट करते हैं हम आप। नैक्सट है थोड़ा प्रूव दैट साइन थीटा ट्रिग्नोमैट्री का सम है जी। साइन थीटा 1 प्लस कॉस थीटा प्लस 1 प्लस कॉस थीटा अपॉन साइन थीटा इक्वल टू 2 कोसिकेंट थीटा। मैं कोसिकेंट में लिख दी है, ये लिख देने CSC थीटा। ठीक है सेम है। तो हम देखो आप लैफ्ट साइड राइट साइड के प्रूफ करने, इनू आप प्रूफ करना गा राइट साइड देख हूँ। इनू लै लो पहला लैफ्ट साइड में, बिल्कुल ईजी सम है, ट्रिग्नोमैट्री है चाहे पर सम बहुत ईजी है, ज़्यादा घबराने वाली गल नहीं हैगी। हम देखो करते हैं आप। तो नीचे इन्हों एलसीएम लै लो, अपन पता मिक्सर टर्म है, एलसीएम लेना पू अपन। तो आप नीचे एलसीएम ले लिया। एलसीएम की थोड़े को 1 प्लस कॉस थीटा, इधर की है थोड़े को साइन थीटा। हूँ देखो 1 प्लस कॉस थीटा तो हैगा ही हैगा, इधर साइन थीटा है नहीं, तो साइन थीटे के उपर मल्टीप्लाई कर दो साइन थीटे नाल, कितना आ गया उपर साइन स्क्वायर थीटा। इधर साइन थीटा है, 1 प्लस कॉस थीटा है नहीं, तो 1 प्लस कॉस थीटा की मल्टीप्लाई कर दो, 1 प्लस कॉस थीटा का स्क्वायर हो जाऊगा। हूँ चाह तो ए प्लस बी का होल स्क्वायर तुहानूं फार्मूला आना चाहिए, ए प्लस बी का स्क्वायर, ए स्क्वायर प्लस बी स्क्वायर प्लस 2ab, ਜਾਂ ਤੁਸੀਂ 1 प्लस cos थीटा ਨੂੰ ही 2 बारी मल्टीप्लाई कर लो, आंसर ਤਾਂ भी सेम ਆਊਗਾ ਤੁਹਾਡਾ। ਜਾਂ ਤੁਸੀਂ ਇਸ ਨੂੰ ਪਹਿਲਾਂ 1 ਨੂੰ ਫਿਰ cos ਨੂੰ ਦੋਵਾਂ ਨਾਲ ਇੱਦਾਂ ਮਲਟੀਪलाई कर लो ਤਾਂ भी आंसर सेम ਆਊਗਾ। ठीक है, ਆਪਾਂ फार्मूला लगावांगे ਇਹਦੇ ਉੱਪਰ 1 प्लस cos ਉੱਪਰ sin स्क्वायर थीटा प्लस a स्क्वायर 1 का स्क्वायर 1 हो गया प्लस cos थीटा स्क्वायर b का स्क्वायर प्लस 2ab, मतलब 2 ए किन्नी है थोड़ी 1, बी किन्नी है थोड़ी cos थीटा, ये आ गई। नीचे 1 प्लस cos थीटा साइन थीटा। हुण तुसीं साइन स्क्वायर थीटा प्लस cos स्क्वायर थीटा इनू एक ब्रैकेट च आपां लईए, तुहानूं पता होऊगा आपां आइडेंटिटी कीती सीगी इंट्रोडक्शन ऑफ ट्रिग्नोमैट्री दे विच। साइन स्क्वायर थीटा प्लस cos स्क्वायर थीटा इक्वल टू की हुंदा 1, की हुंदा 1। तुसीं आइडेंटिटी की हुई है इंट्रोडक्शन ऑफ ट्रिग्नोमैट्री दे विच। तो हुण साइन स्क्वायर थीटा प्लस cos स्क्वायर थीटा की जगह ते आपां की पुट कर दांगे 1, ये इन्हां दोनों जगह ते 1 आ गया, एक 1 नहीं रह गया विच 1 प्लस लास्ट रह गया अपने को 2 cos थीटा, नीचे सेम वही रहन दो 1 प्लस cos थीटा साइन थीटा। हुण 1 1 किन्ने हो गए तुहाडे कोले 2, ये है क्या नाल 2 cos थीटा, नीचे वही। हुण इत्थे देखो जी 2 प्लस 2 cos थीटा, 2 कॉमन लै सकते हो, जे आप 2 कॉमन लै लीए तो इत्थे कितना रह जाऊगा 1, इत्थे रह जू कला cos थीटा। 2 आप कॉमन ले लिया, 1 प्लस cos थीटा रह गया, नीचे भी की है तुहाडे कोले 1 प्लस cos थीटा, ये हो गया कैंसल। तुहाडे कोले की रह गया 2 बाई साइन थीटा। तो 2 दे नाल आ गया अपने कोले 2 दे नाल अपने कोले 1 अपॉन साइन थीटा, तो 1 अपॉन साइन थीटा किहदे इक्वल हुंदा गा, ये थोड़ा इंट्रोडक्शन ऑफ ट्रिग्नोमैट्री में सब कराया होएगा। ये हुंदा अपने को 2 कोसिकेंट थीटा, तो अपने को आ गया 1 अपॉन साइन थीटा किहदे इक्वल हुंदा कोसिकेंट थीटा दे, तो ये की अपने को आ गई राइट हैंड साइड। यही आप प्रूफ करनी सी भी लैफ्ट साइड में आप राइट साइड इक्वल प्रूफ करना सीगा। A ladder 10 cm long leans against a wall making a 60 degree angle with the ground. Find the height it reaches. ਆਪਾਂ find करनी है हाइट। डायग्राम बनाओ, देखो ये तुहाडे कोल की है वॉल है कोई जिहदे नाल लैडर लगी हुई है, किन्ने मीटर 10 मीटर एच, ये आप मतलब कोई भी वाल वगैरह लगा लो वो, ठीक है वाल है कोई भी है, तो एंगल कितना बना रही है लैडर 60 डिग्री। तो आप फाइंड करनी है भी कितों तक रीच कर रही है कि लैडर है जी हाइट, ये चीज़ ठीक है। तो हुण कि रेशो लवेंगे, नेम कोई मर्जी दे लो रजे इत्थे इन
ट्रायंगल ABC। ਹੁਣ ਰੇਸ਼ੋ ਦੇਖੋ ਆਪਾਂ ਨੂੰ, ਇੱਕ ਤਾਂ ਹਾਈਪਾਟੇਨਿਊਜ਼ ਹੈ, ਇੱਕ ਆਪਣੇ ਕੋਲੇ ਪਰਪੈਂਡੀਕੂਲਰ ਹੈਗਾ। ਤਾਂ ਪੰਡਤ ਬਦਰੀ ਪ੍ਰਸਾਦ ਹਰ ਹਰ ਬੋਲੇ, ਤੁਹਾਨੂੰ ਯਾਦ ਹੋਣਾ PH, P ਤੇ H ਕਿਹਦੇ ਵਿੱਚ ਹੁੰਦੇ ਹੈਗੇ ਰੇਸ਼ੋ, ਸਾਈਨ ਥੀਟਾ। ਤਾਂ ਸਾਈਨ ਥੀਟੇ ਦੀ ਰੇਸ਼ੋ ਕੀ ਹੁੰਦੀ ਹੈ ਆਪਣੇ ਕੋਲੇ P/H, ਕਿਉਂਕਿ P ਆਪਾਂ ਫਾਈਂਡ ਕਰਨਾ, H ਆਪਾਂ ਨੂੰ ਗਿਵਨ ਹੈ। P ਕਿੰਨਾ ਤੁਹਾਡੇ ਕੋਲੇ, P ਹੈ ਕਿ ਪਹਿਲਾਂ ਇਹ ਲਿਖ ਲਓ BC, ਕਿਉਂਕਿ ਫਿਰ ਉਲਝੋ ਨਾ ਅੱਗੇ। ਹਾਈਪੋਟੇਨਿਊਜ਼ ਕੀ ਹੈ ਤੁਹਾਡੇ ਕੋਲ AC। ਸਾਈਨ ਐਂਗਲ ਕਿੰਨਾ ਤੁਹਾਡੇ ਕੋਲ 60 ਡਿਗਰੀ। BC ਦੀ ਲੈਂਥ ਕਿੰਨੀ ਹੈ ਆਪਾਂ ਫਾਈਂਡ ਕਰਨੀ ਹੈ, H ਹੈ। AC ਕਿੰਨੀ ਹੈ ਤੁਹਾਡੇ ਕੋਲ 10। ਤਾਂ ਹੁਣ ਤੁਹਾਨੂੰ ਸਾਈਨ 60 ਡਿਗਰੀ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ ਜੀ ਕਿੰਨੀ ਹੋਊਗੀ, ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਵੈਲਿਊ। ਜੇ ਨਹੀਂ ਯਾਦ ਹੈਗੀ ਤਾਂ ਤੁਹਾਨੂੰ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੈਗਾ, ਤੁਸੀਂ ਇੰਸਟਾਗ੍ਰਾਮ 'ਤੇ ਫੋਲੋ ਕਰੋ, ਉਹਦੇ 'ਤੇ ਤੁਹਾਨੂੰ ਟ੍ਰਿਕਸ ਵਗੈਰਾ ਦੱਸੀਆਂ ਹੋਈਆਂ ਨੇਗੀਆਂ ਟ੍ਰਿਗਨੋਮੈਟਰੀ ਦੀਆਂ, ਖਾਸ ਕਰਕੇ ਤੁਹਾਨੂੰ ਯਾਦ ਰਹੂਗੀ ਵੀ ਇਸ ਫਿੰਗਰ ਦੇ ਉੱਪਰ ਕਿਵੇਂ ਯਾਦ ਕਰਨੀ ਹੈ। ਤਾਂ ਇੱਥੇ ਤੋਂ ਮੈਨੂੰ ਦੱਸ ਦਿੰਦੀ ਹਾਂ ਸਾਈਨ 60 ਡਿਗਰੀ ਦੀ ਵੈਲਿਊ ਹੁੰਦੀ ਹੈਗੀ √3/2 H/10। ਤਾਂ ਇੱਧਰ ਮਲਟੀਪਲਾਈ ਕਰ ਲਓ, 3/2 × 10 = H। H ਇੱਧਰ ਹੀ ਰਹਿ ਜਾਊ, ਕੈਂਸਲ ਕੀਤਾ, 2 ਦੇ ਟੇਬਲ 'ਤੇ ਕੱਟ ਕਰਤਾ 10 ਨੂੰ, ਤਾਂ 5 × √3 ਆ ਗਿਆ ਆਪਣੇ ਕੋਲ H। ਇਹ ਤੁਹਾਡੇ ਕੋਲ ਕੀ ਆ ਗਈ, ਜਿਹੜੀ ਆਪਾਂ ਫਾਈਂਡ ਕਰਨੀ ਸੀ ਹਾਈਟ, ਮੀਟਰ। ਇਹੀ ਆਪਾਂ ਫਾਈਂਡ ਕਰਨੀ ਸੀ ਵੀ ਹਾਈਟ ਕਿੰਨੀ ਆਈ ਹੈ ਤੁਹਾਡੇ ਕੋਲੇ, ਤਾਂ ਹਾਈਟ ਆ ਗਈ ਤੁਹਾਡੇ ਕੋਲੇ ਵਾਲ ਦੀ 5√3 ਮੀਟਰ। ਨੈਕਸਟ ਹੈ ਤੁਹਾਡੇ ਕੋਲੇ, ਇਹ ਬੋਟ ਟਰੈਵਲਸ 30 ਕਿਲੋਮੀਟਰ ਡਾਊਨ ਸਟਰੀਮ ਇਨ 3 ਆਵਰਸ। ਕੋਈ ਬੋਟ ਹੈ ਟਰੈਵਲ ਕਰਦੇ 30 ਕਿਲੋਮੀਟਰ ਡਾਊਨ ਸਟਰੀਮ, ਕਿੰਨੇ ਘੰਟਿਆਂ 'ਚ, 3 ਘੰਟਿਆਂ ਦੇ ਵਿੱਚ। ਐਂਡ ਦੀ ਸੇਮ ਡਿਸਟੈਂਸ ਅਪ ਸਟਰੀਮ ਇਨ 5 ਆਵਰਸ। ਬਟ ਜਦੋਂ ਸੇਮ ਡਿਸਟੈਂਸ ਉਹ ਅਪ ਸਟਰੀਮ ਕਰਦੀ ਹੈਗੀ ਤਾਂ ਸਿਰਫ 5 ਘੰਟਿਆਂ 'ਚ ਕਰ ਦਿੰਦੀ ਹੈ। ਤਾਂ ਫਾਈਂਡ ਦੀ ਸਪੀਡ ਆਫ ਦੀ ਬੋਟ ਇਨ ਸਟਿਲ ਵਾਟਰ। ਖੜੇ ਪਾਣੀ 'ਚ ਬੋਟ ਦੀ ਸਪੀਡ ਦੱਸੋ ਕਿੰਨੀ ਹੈ, ਐਂਡ ਸਪੀਡ ਆਫ ਦੀ ਸਟਰੀਮ। ਤਾਂ ਸਟਰੀਮ ਦੇ ਵਿੱਚ ਦੱਸੋ ਸਪੀਡ ਕਿੰਨੀ ਹੈਗੀ ਉਹਦੀ। ਤਾਂ ਹੁਣ ਆਪਾਂ ਕਰਦੇ ਆਂਗੇ ਸਟਾਰਟਿੰਗ, ਬਹੁਤ ਈਜੀ ਸਮ ਹੁੰਦੇ ਆ ਇਹ ਬੋਟ ਵਾਲੇ, ਬਸ ਥੋੜ੍ਹਾ ਜਿਹਾ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ, ਸਾਰੇ ਸਮ ਐਜ਼ ਇਟ ਇਜ਼ ਨਿਕਲ ਜਾਣਗੇ ਇਹਨਾਂ ਦੇ। ਹੁਣ ਪਹਿਲਾਂ ਤੁਸੀਂ ਕਰੋ ਡਾਊਨ ਸਟਰੀਮ ਸਪੀਡ। ਹੁਣ ਇਹਨਾਂ ਨੇ ਕਿੰਨੇ ਘੰਟੇ 'ਚ ਕਿਹਾ ਹੁੰਦਾ ਹੈਗਾ, ਡਿਸਟੈਂਸ ਸਪੀਡ ਦਾ ਕੀ ਫਾਰਮੂਲਾ ਹੁੰਦਾ ਹੈਗਾ, d/t, ਡਿਸਟੈਂਸ ਓਵਰ ਸਪੀਡ। ਡਿਸਟੈਂਸ ਕਿੰਨਾ 30 ਕਿਲੋਮੀਟਰ, ਅਤੇ ਟਾਈਮ ਕਿੰਨਾ 3 ਘੰਟਿਆਂ ਦਾ, ਤਾਂ ਸਪੀਡ ਕਿੰਨੀ ਹੈਗੀ 10 ਕਿਲੋਮੀਟਰ ਪਰ ਆਵਰ। ਠੀਕ ਹੈ, ਅੱਗੇ ਅਪਸਟਰੀਮ। ਅਪਸਟਰੀਮ ਸਪੀਡ ਸੇਮ ਉਹੀ d/t, ਕਿੰਨੀ ਹੈ ਤੁਹਾਡੇ ਕੋਲ 30/5, ਕਿਉਂਕਿ ਸੇਮ ਡਿਸਟੈਂਸ ਕੀ ਹੈ, ਡਿਸਟੈਂਸ ਸੇਮ ਹੈਗਾ 30 ਕਿਲੋਮੀਟਰ, ਟਾਈਮ ਇਹ 5 ਹੈ, ਕੱਟ ਕਰਕੇ ਕਿੰਨਾ ਆ ਗਿਆ 6 ਕਿਲੋਮੀਟਰ ਪਰ ਆਵਰ ਸਪੀਡ। ਤਾਂ ਡਾਊਨ ਸਟਰੀਮ ਸਪੀਡ ਤੁਹਾਨੂੰ ਫਾਈਂਡ ਹੋਗੀ, ਅਪ ਸਟਰੀਮ ਤੁਹਾਨੂੰ ਪਤਾ ਲੱਗ ਗਿਆ। ਹੁਣ ਲੈਟ ਕਰ ਲਓ ਤੁਸੀਂ, ਲੈਟ ਕੀ ਕਰਾਂਗੇ ਆਪਾਂ ਵੀ ਸਪੀਡ ਆਫ ਬੋਟ, ਜੋ ਆਪਾਂ ਨੂੰ ਫਾਈਂਡ ਕਰਨ ਨੂੰ ਕਹਿਣਾ ਜੀ ਉਹੀ ਆਪਾਂ ਲੈਟ ਕਰਦੇ ਹੁੰਦੇ ਹੈਗੇ। ਲੈਟ ਸਪੀਡ ਆਫ ਬੋਟ ਇਨ ਸਟਿਲ ਵਾਟਰ ਕੀ ਹੈ ਤੁਹਾਡੇ ਕੋਲੇ ਉਹ ਐਕਸ। ਦੂਸਰੀ ਆਪਾਂ ਕਰਾਂਗੇ ਸਪੀਡ ਆਫ ਸਟਰੀਮ, ਕਿੰਨੀ ਹੈ ਉਹ 22। ਹੁਣ ਦੇਖੋ ਡਾਊਨ ਸਟਰੀਮ ਕੀ ਹੁੰਦਾ ਆਪਣੇ ਕੋਲੇ x+y, ਇਹਨਾਂ ਦੀ ਕੀ ਹੁੰਦਾ ਪਲੱਸ ਹੋ ਜਾਂਦੀ ਹੈ। ਅਪ ਸਟਰੀਮ ਕੀ ਹੁੰਦਾ ਆਪਣੇ ਕੋਲੇ ਮਾਈਨਸ ਹੋ ਜਾਂਦੀ ਹੈ। ਇਹ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਪਊ, ਕਿਉਂਕਿ ਹਰੇਕ ਸਮ 'ਚ ਇਹੀ ਫਾਰਮੂਲਾ ਲੱਗਦਾ, ਹੋਰ ਕੋਈ ਨਹੀਂ। ਇਹ ਤੁਹਾਡੇ ਕੋਲੇ 1 ਹੋ ਗਈ, ਇਹ 2 ਹੋ ਗਈ। ਹੁਣ ਇਹਨਾਂ ਨੂੰ ਦੋਨਾਂ ਨੂੰ ਐਡ ਕਰ ਦਿਓ, ਕਿਉਂਕਿ ਆਪਾਂ ਨੂੰ x ਅਤੇ y ਚਾਹੀਦੀ ਹੈ। ਸਪੀਡ ਫਾਈਂਡ ਕਰਨੀ ਆਪਾਂ ਸਟਿਲ ਵਾਟਰ ਦੇ ਵਿੱਚ, ਅਤੇ ਸਟਰੀਮ ਸਪੀਡ ਫਾਈਂਡ ਕਰਨੀ ਸਟਰੀਮ ਦੀ। ਠੀਕ ਹੈ, ਹੁਣ ਇਹਨੂੰ ਆਪਾਂ ਕਿਵੇਂ ਕਰਾਂਗੇ ਅੱਗੇ, x+y, x+y ਕੀ ਹੈ ਹੁਣ ਆਪਣੇ ਕੋਲੇ 10 ਹੈ। ਡਾਊਨ ਸਟਰੀਮ ਆਪਾਂ ਉੱਪਰ ਕੱਢੀ ਸੀ, ਸਪੀਡ ਕਿੰਨੀ ਹੈ 10 ਹੈ, ਇੱਥੇ x+y ਕਿੰਨੀ ਹੈਗੀ 10 ਆ ਗਈ। ਦੂਸਰੀ x-y ਕੀ ਹੈ ਆਪਣੇ ਕੋਲੇ ਅਪ ਸਟਰੀਮ 6 ਹੈ। ਇਹਨਾਂ ਨੂੰ ਐਡ ਕਰ ਦਿਓ ਦੋਵਾਂ ਨੂੰ, ਇਹ ਕੈਂਸਲ ਹੋ ਗਿਆ, +y -y, ਇੱਧਰ ਅੱਗੇ 2x, ਇੱਧਰ ਆ ਗਿਆ 16। ਤਾਂ x = 16/2, ਕੈਂਸਲ ਕਰਕੇ ਕਿੰਨਾ ਹੈਗਾ 8। ਤਾਂ x ਦੀ ਵੈਲਿਊ ਕਿੰਨੀ ਹੈਗੀ ਆਪਣੇ ਕੋਲੇ 8। x ਕੀ ਸੀ ਆਪਣੇ ਕੋਲੇ ਸਪੀਡ ਆਫ ਬੋਟ, ਸਪੀਡ ਆਫ ਬੋਟ ਸੀਗੀ x, ਮਤਲਬ 8 ਕਿਲੋਮੀਟਰ ਪਰ ਆਵਰ। ਦੂਸਰੀ ਸਾਈਡ ਆਪਣੇ ਕੋਲੇ ਕੀ ਹੈਗਾ, ਹੁਣ ਤੁਸੀਂ ਇਹ x ਦੀ ਵੈਲਿਊ 'ਚ ਕਿਸੇ 'ਚ ਵੀ ਪੁੱਟ ਕਰ ਦਿਓ। ਫਸਟ 'ਚ ਹੀ ਪੁੱਟ ਕਰਤੀ ਮੈਂ, x+y = 10, ਇਹਦੇ ਵਿੱਚ x ਦੀ ਵੈਲਿਊ ਕਿੰਨੀ ਆਈ ਆਪਣੇ ਕੋਲ ਜਿਹੜੀ 8 ਆਈ ਹੈ, ਇਹ 'ਚ ਪੁੱਟ ਕਰ ਦਾਂਗੇ ਆਪਾਂ। 8 + y = 10, y = 10 - 8, y = ਮਾਈਨਸ ਕੀਤੀ 2 ਆ ਗਈ। ਤਾਂ ਇਹ ਆ ਗਈ ਆਪਣੇ ਕੋਲੇ 2। ਇਹ ਕੀ ਹੈਗੀ ਆਪਣੇ ਕੋਲੇ ਸਪੀਡ ਆਫ ਸਟਰੀਮ ਹੈ, ਇਹੀ ਪੁੱਛਿਆ ਸੀ ਆਪਾਂ ਨੂੰ ਉਹਨਾਂ ਨੇ 2 ਕਿਲੋਮੀਟਰ ਪਰ ਆਵਰ। ਈਜ਼ੀ ਹੈ ਨਾ, ਬਸ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ
ਡਾਊਨਸਟ੍ਰੀਮ ਸਪੀਡ ਤੇ ਅਪਸਟ੍ਰੀਮ ਸਪੀਡ ਕਿਵੇਂ ਕਰਨੀ ਹੈਗੀ, ਕਿਹਨੂੰ ਲੈਟ ਕਰਨਾ, ਜੋ ਚੀਜ਼ ਆਪਾਂ ਫਾਈਂਡ ਕਰਨੀ ਹੋ ਤੁਸੀਂ ਲੈਟ ਉਹਨੂੰ ਕਰਨਾ। ਉਸ ਤੋਂ ਬਾਅਦ ਸੇਮ ਫਾਰਮੂਲੇ ਹੀ ਡਾਊਨਸਟ੍ਰੀਮ ਐਕਸ ਪਲੱਸ ਵਾਈ, ਅਪਸਟ੍ਰੀਮ 'ਚ ਮਾਈਨਸ ਹੋ ਜਾਂਦੀ ਐਕਸ ਮਾਈਨਸ ਵਾਈ, ਜੋ ਵੀ ਤੁਹਾਨੂੰ ਸਪੀਡ ਮੇਜਰ ਕਰਨੀ ਹੋ ਤੁਸੀਂ ਦਿੱਤੀ ਹੋਊਗੀ। ਉਹ ਦੋ ਕੁਐਸਚਨਾਂ ਬਣ ਜਾਣਗੇ। ਇਹ ਤੁਸੀਂ ਸਬਸਟੀਟਿਊਸ਼ਨ ਮੈਥਡ, ਐਲੀਮੀਨੇਸ਼ਨ ਮੈਥਡ ਕਿਵੇਂ ਮਰਜ਼ੀ ਲਾ ਕੇ ਸੋਲਵ ਕਰ ਦਿਓ ਜੇ, ਐਕਸ ਤੇ ਵਾਈ ਦੀ ਹੀ ਵੈਲਿਊ ਚਾਹੀਦੀ ਹੈ ਲਾਸਟ ਤੇ ਆਪਾਂ ਨੂੰ। ਇਹ ਸਮ ਹੋ ਗਿਆ ਤੁਹਾਡਾ। ਨੈਕਸਟ ਹੈ ਜੀ, ਇਹ ਸੋਲਿਡ ਇਜ਼ ਮੇਡ ਬਾਏ ਜੁਆਇਨਿੰਗ a hemisphere of radius 4 cm on top of a cylinder of radius 4 cm and height 7 cm. Find its total surface area. Total surface area find करना पर ਤੁਹਾਨੂੰ ਕੋਈ ਸਿਲੰਡਰ ਹੈਗਾ, ਇਹ ਸਿਲੰਡਰ ਬਣਿਆ ਹੋਇਆ, ਕੋਈ ਆਪਾਂ ਸਿਲੰਡਰ ਬਣਾ ਲਿਆ, ਉਹਦੇ ਉੱਪਰ ਹੈਮੀਸਫੀਅਰ ਹੈ, ਮਤਲਬ ਸਫੀਅਰ ਹੈ ਕੋਈ ਸਰਕਲ, ਠੀਕ ਹੈ, ਇੱਦਾਂ ਸਫੀਅਰ ਬਣਿਆ ਹੋਇਆ ਕੋਈ ਸਰਕਲ, ਉਹਦਾ ਅੱਧਾ ਪਾਰਟ ਇਹਦੇ ਉੱਪਰ ਹੈ, ਅਤੇ ਦੋਵਾਂ ਦਾ ਰੇਡੀਅਸ ਜਿਹੜਾ ਸਫੀਅਰ ਦਾ ਵੀ ਹੈਮੀਸਫੀਅਰ ਦਾ ਵੀ 4 ਸੈਂਟੀਮੀਟਰ ਹੈ, ਅਤੇ ਆਪਣੇ ਕੋਲੇ ਸਫੀਅਰ ਦਾ ਵੀ 4 ਸੈਂਟੀਮੀਟਰ ਰੇਡੀਅਸ ਅਤੇ ਸਿਲੰਡਰ ਦਾ ਵੀ 4 ਸੈਂਟੀਮੀਟਰ ਹੈ। ਹਾਈਟ ਆਪਾਂ ਨੂੰ ਗਿਵਨ ਹੈ ਸਿਲੰਡਰ ਦੀ 7 ਸੈਂਟੀਮੀਟਰ ਹੈ। ਆਪਾਂ ਕੀ ਫਾਈਂਡ ਕਰਨਾ ਗਾ, ਟੋਟਲ ਸਰਫੇਸ ਏਰੀਆ। ਟੋਟਲ ਸਰਫੇਸ ਏਰੀਆ ਕਿੰਨਾ ਗਾ, ਤਾਂ ਹੁਣ ਤੁਹਾਨੂੰ ਫਾਰਮੂਲੇ ਯਾਦ ਹੋਣੇ ਚਾਹੀਦੇ। ਇੱਕ ਦਾ ਪਹਿਲਾਂ ਵੀ ਇਹ ਸਮ ਆਇਆ ਹੋਇਆ ਆਪਾਂ ਨੂੰ ਇੱਦਾਂ ਦਾ, ਤਾਂ ਕਰਵਡ ਸਰਫੇਸ ਏਰੀਆ ਆਫ ਸਿਲੰਡਰ, ਕਿਉਂਕਿ ਪਹਿਲਾਂ ਆਪਾਂ ਦੋਨਾਂ ਦੇ ਕਰਵਡ ਸਰਫੇਸ ਏਰੀਆ ਕੱਢਾਂਗੇ, ਇਸ ਤੋਂ ਬਾਅਦ ਆਪਾਂ ਪਲੱਸ ਕਰਕੇ ਟੋਟਲ ਕਰ ਦਾਂਗੇ ਇਹਨਾਂ ਦਾ। ਉਹਦੇ ਵਿੱਚ ਵੀ ਮੈਂ ਤੁਹਾਨੂੰ ਇਹੀ ਕਰਾਇਆ ਸੀ। ਤਾਂ ਕਰਵਡ ਸਰਫੇਸ ਏਰੀਆ ਦਾ ਫਾਰਮੂਲਾ ਹੁੰਦਾ 2πr/h। ਪਾਈ ਦੀ ਵੈਲਿਊ ਨੂੰ ਲਾਸਟ 'ਤੇ ਭਰਿਆ ਕਰੋ, ਕਿਉਂਕਿ ਪਹਿਲਾਂ ਕਈ ਵਾਰੀ ਜੇ ਆਪਾਂ ਨੂੰ ਘੱਟ ਹੁੰਦੀ ਤਾਂ ਭਰ ਲਿਆ ਕਰੋ, ਪਹਿਲਾਂ ਵੀ ਮਲਟੀਪਲਾਈ 'ਚ ਦਿੱਕਤ ਆਉਂਦੀ ਹੈ, ਬਾਅਦ 'ਚ ਕਰ ਲਿਆ ਕਰਾਂਗੇ ਆਪਾਂ। 2πr ਕਿੰਨੀ ਹੈ ਤੁਹਾਡੇ ਕੋਲੇ 4, ਸਿਲੰਡਰ ਦੀ ਆਰ ਵੀ 4 ਹੈ ਅਤੇ ਹੈਮੀਸਫੀਅਰ ਦੀ ਆਰ ਵੀ 4 ਹੈ। ਐਚ ਕਿੰਨੀ ਹੈ ਸਿਲੰਡਰ ਦੀ 7। ਹੁਣ ਇਹਦੀ ਮਲਟੀਪਲਾਈ ਕਰ ਦਿਓ, ਮਲਟੀਪਲਾਈ ਕਰਕੇ ਆ ਜਾਊਗਾ ਇਹਨਾਂ ਦਾ 56 ਪਾਈ। ਠੀਕ, ਹੁਣ ਕੀ ਕਰਨਾ ਆਪਾਂ, ਕਰਵਡ ਸਰਫੇਸ ਏਰੀਆ ਕਿਹਦਾ ਕੱਢਣਾ, ਆਪਾਂ ਸਿਲੰਡਰ ਦਾ ਕੱਢ ਲਿਆ ਇਹਦਾ, ਹੁਣ ਆਪਾਂ ਕੱਢਣਾ ਹੈਮੀਸਫੀਅਰ ਦਾ। ਕਰਵਡ ਸਰਫੇਸ ਏਰੀਆ ਆਫ ਹੈਮੀਸਫੀਅਰ ਪੂਰੇ ਸਰਕਲ ਦਾ ਤੁਹਾਨੂੰ ਪਤਾ ਕਿੰਨਾ ਹੁੰਦਾ ਹੈਗਾ 4πr²। ਇਹ ਹੈਗਾ ਹਾਫ, ਤਾਂ ਅੱਧਾ ਹੋ ਜਾਊਗਾ 2πr²। 2π ਉਹ ਵੀ ਰੱਖ ਲਿਆ। ਆਰ ਕਿੰਨੀ ਹੈ ਤੁਹਾਡੇ ਕੋਲ 4² ਹੈ, ਤਾਂ 4 ਦਾ ਸਕੁਅਰ ਹੈਗਾ 16, 16 ਦੀ 2 ਨਾਲ ਮਲਟੀਪਲਾਈ ਕੀਤੀ 32π। ਹੁਣ ਦੇਖੋ, ਇਹ ਆਪਾਂ ਸਿਲੰਡਰ ਦਾ ਵੀ ਕਰ ਲਿਆ ਕਰਵਡ ਸਰਫੇਸ ਏਰੀਆ, ਹੈਮੀਸਫੀਅਰ ਦਾ ਵੀ ਕਰ ਲਿਆ। ਇੱਕ ਚੀਜ਼ ਕੀ ਰਹਿ ਗਈ, ਜਿਹੜਾ ਇਹ ਵਾਲਾ ਅਸੀਂ ਆਪਣਾ ਟੌਪ ਦਾ ਸਰਕਲ ਦਾ ਏਰੀਆ, ਉਹਦਾ ਇਹਦੇ ਵਿੱਚ ਹੀ ਆ ਗਿਆ ਹੈਮੀਸਫੀਅਰ ਦੇ ਵਿੱਚ, ਬਟ ਜਿਹੜਾ ਨੀਚੇ ਦਾ ਰਹਿ ਗਿਆ ਆਪਣੇ ਕੋਲੇ ਬਾਟਮ ਦਾ, ਉਹ ਤਾਂ ਆਪਾਂ ਨੂੰ ਕਰਨਾ ਪਊ ਨਾ। ਆਪਾਂ ਪਿਛਲੇ ਸਮ 'ਚ ਵੀ ਕੀਤਾ ਸੀਗਾ, ਇਹ ਪਿਛਲੀ ਵੀਡੀਓ 'ਚ ਆਪਾਂ ਇੱਕ ਸਮ ਕੀਤਾ ਸੀ, ਉਹਦੇ ਵਿੱਚ ਵੀ ਕੀਤਾ ਸੀਗਾ। ਜਿਹੜਾ ਬਾਟਮ ਦਾ ਏਰੀਆ ਰਹਿ ਗਿਆ, ਬਾਟਮ ਬੇਸ ਏਰੀਆ ਜਿਹੜਾ ਇਹਦਾ, ਉਹਦਾ ਵੀ ਆਪਾਂ ਕੱਢਾਂਗੇ। ਅਤੇ ਜਿਹੜਾ ਬਾਟਮ ਦਾ ਏਰੀਆ ਰਹਿ ਗਿਆ ਨਾ, ਬਾਟਮ ਬੇਸ ਏਰੀਆ ਆਫ ਸਿਲੰਡਰ, ਉਹ ਕੀ ਆਊਗਾ ਆਪਣੇ ਕੋਲੇ πr², ਕਿਉਂਕਿ ਇੱਕ ਤਰ੍ਹਾਂ ਨਾਲ ਉਹ ਸਰਕਲ ਹੈ ਨਾ, ਨੀਚੇ ਜਿਹੜਾ ਨੀਚਲਾ ਪੋਰਸ਼ਨ ਹੈ ਸਿਲੰਡਰ ਦਾ ਉਹ ਸਰਕਲ ਬਣਿਆ ਹੋਇਆ ਹੈਗਾ, ਤਾਂ ਉਹਦਾ ਏਰੀਆ ਕੱਢਾਂਗੇ ਆਪਾਂ। ਉਹਦਾ ਕੀ ਆ ਜਾਊ ਆਪਣੇ ਕੋਲੇ π4² 16π, ਆਹੀ ਆ ਗਿਆ। ਹੁਣ ਦੇਖੋ ਤੁਹਾਡੇ ਕੋਲ ਇੱਕ ਤਾਂ ਇਹ ਹੋ ਗਈ 1 ਨੰਬਰ, ਇੱਕ ਹੋ ਗਏ ਇਹ 2 ਨੰਬਰ, ਇੱਕ ਹੋ ਗਏ 3, ਇੱਕ ਇਹ ਤਿੰਨੇ ਕਰਵਡ ਸਰਫੇਸ ਏਰੀਆ ਹੋ ਗਏ। ਆਪਾਂ ਇਹ ਕੱਢਣਾ ਗਾ ਟੋਟਲ ਸਰਫੇਸ ਏਰੀਆ ਕੀ ਹੋਊਗਾ, ਤਿੰਨਾਂ ਨੂੰ ਪਲੱਸ ਕਰ ਦਿਓ, 1 + 2 + 3, ਤਿੰਨਾਂ ਨੂੰ ਪਲੱਸ ਕਰ ਦਿਓ। ਠੀਕ ਹੈ, 56π + 32π + 16π, ਤਿੰਨਾਂ ਨੂੰ ਪਲੱਸ ਕਰ ਦਿਓ। ਪਲੱਸ ਕਰਕੇ ਕਿੰਨਾ ਆ ਜਾਊਗਾ ਤੁਹਾਡਾ 104 ਪਾਈ ਆ ਗਿਆ। ਹੁਣ ਤੁਸੀਂ ਪਾਈ ਦੀ ਵੈਲਿਊ ਪੁੱਟ ਕਰ ਸਕਦੇ ਹੋ, ਜੇ ਤੁਹਾਨੂੰ ਉਹਨੇ ਦਿੱਤੀ ਹੋਈ ਹੈ ਤਾਂ ਉਹੀ ਕਰਨੀ ਹੈ 3.14, ਨਹੀਂ ਤੁਸੀਂ ਆਪਦੇ ਕੋਲੋਂ 22/7 ਕਰ ਦਿਓ। ਇਹ ਹੁਣ ਦੇਖੋ ਕੱਟ ਤਾਂ ਹੁੰਦੇ ਨਹੀਂ, ਕਹਿੰਦੀ ਮਲਟੀਪਲਾਈ ਹੋਊਗੀ, ਮਲਟੀਪਲਾਈ ਕਰੋਗੇ ਤੁਸੀਂ, ਡਿਵਾਈਡ ਕਰੋਗੇ ਤਾਂ ਤੁਹਾਡੇ ਕੋਲ ਆਂਸਰ ਆ ਜਾਊਗਾ ਜੀ। ਮੇਬੀ ਆਂਸਰ ਨਿਕਲੂਗਾ 263 ਮੀਟਰ ਸਕੁਅਰ, 326.73 ਸੈਂਟੀਮੀਟਰ ਸਕੁਅਰ ਆਪਾਂ ਨੂੰ ਸੈਂਟੀਮੀਟਰ 'ਚ ਅਤੇ ਸੈਂਟੀਮੀਟਰ ਸਕੁਅਰ। ਠੀਕ ਹੈ, ਪੇਪਰ ਦੇ ਵਿੱਚ ਨਾ ਇੰਨਾ ਧਿਆਨ ਰੱਖੋ ਵੀ ਤੁਹਾਡੇ ਕੋਲ ਲਾਸਟ 'ਤੇ 104 ਪਾਈ ਇੱਥੋਂ ਤੱਕ ਹੀ ਆ ਗਿਆ, ਅਤੇ ਇੱਥੇ ਹੀ ਛੱਡ ਦਿਓ, ਚਾਹੇ ਨਾ ਅੱਗੇ ਕਰਿਓ ਪਾਈ ਦੀ ਵੈਲਿਊ। ਜੇ ਉਹਨਾਂ ਨੇ ਗਿਵਨ ਕੀਤੀ ਹੋਈ ਪਾਈ ਤਾਂ ਜ਼ਰੂਰ ਕਰਨਾ ਹੈਗਾ, ਬਾਕੀ ਸਮ ਦੇ ਅਕੋਰਡਿੰਗ ਦੇਖ ਲਿਓ, ਮਾਰਕਸ ਦੇ ਅਕੋਰਡਿੰਗ ਵੀ ਕਿੰਨੇ ਕੁ ਮਾਰਕਸ ਦਾ ਹੈਗਾ। ਜੇ ਅਗਰ 5 ਜਾਂ 4 ਮਾਰਕਸ 'ਚ ਆਇਆ ਤਾਂ ਵੈਲਿਊ ਪੁੱਟ ਕਰਕੇ ਆਂਸਰ ਕੱਢਿਆ ਆਇਓ, ਨਹੀਂ ਇੱਥੋਂ ਤੱਕ ਛੱਡਿਆ ਆਇਓ, ਮਾਰਕਸ ਹੋਏ ਨਹੀਂ ਘੱਟ ਹੋਣਗੇ, ਬਸ ਤੁਹਾਡਾ ਸਹੀ ਹੋਣਾ ਚਾਹੀਦਾ। ਅਗਰ ਅੱਗੇ ਤੁਸੀਂ ਮਲਟੀਪਲਾਈ ਦੇ ਵਿੱਚ ਵੀ ਗਲਤ ਕਰਤਾ ਤਾਂ ਉਹ ਇੱਕ ਮਿਸਟੇਕ ਤਾਂ ਹੋ ਹੀ ਜਾਂਦੀ, ਅਤੇ ਮਾਰਕਸ ਕੱਟੇ ਜਾਣਗੇ ਜੀ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਣਾ, ਬਟ ਮੇਨ ਕੀ ਹੈ ਇਹਦੇ ਵਿੱਚ ਫਾਰਮੂਲੇ, ਜੇ ਤੁਹਾਨੂੰ ਫਾਰਮੂਲੇ ਨਹੀਂ ਯਾਦ ਹੈਗੇ ਤਾਂ ਇਹ ਵਾਲੇ ਸਮ ਕਦੇ ਨਹੀਂ ਨਿਕਲਣਗੇ। A bucket is in the shape of frustum of a cone with top radius 20 cm, bottom radius 12 cm and height 16 cm. Find A curved surface area, B part volume of the bucket. ਤਾਂ ਹੁਣ ਤੁਹਾਨੂੰ ਫਾਰਮੂਲੇ ਯਾਦ ਹੋਣੇ ਚਾਹੀਦੇ। ਇਹਦੇ ਵਿੱਚ ਵੀ ਮੈਂਸੂਰੇਸ਼ਨ ਦੇ ਸਮ ਆ ਗਏ ਤਾਂ ਸਾਰੇ ਦੇ ਵਿੱਚ ਫਾਰਮੂਲੇ ਹੀ ਯਾਦ ਹੈ। ਇਹਨਾਂ ਸਭ ਦੇ ਤੁਹਾਨੂੰ ਫਾਰਮੂਲੇ ਮੇਨ ਹੈ। ਤਾਂ ਪਹਿਲਾਂ ਡਾਇਗਰਾਮ ਬਣਾਓ। ਬਕਟ ਦਿੱਤੀ ਹੋਈ ਨਾ, ਕੋਈ ਬਾਲਟੀ ਬਣੀ ਹੋਈ ਹੈ ਤੁਹਾਨੂੰ,
ਕਿਹਦੀ ਹੈ, ਫਰਸਟਮ ਦੀ ਸ਼ੇਪ। ਤਾਂ ਫਰਸਟਮ ਤੁਹਾਨੂੰ ਪਤਾ ਹੋਣਾ ਚਾਹੀਦਾ ਫਰਸਟਮ ਕਿੱਦਾਂ ਬਣਦਾ ਹੈ। ਆਪਾਂ ਫਰਸਟਮ ਦੀ ਸ਼ੇਪ ਬਣਾ ਰਹੇ ਹਾਂ, ਹੁਣ ਇੱਦਾਂ ਬਣਦੀ ਹੈ ਬਾਲਟੀ ਜੀ ਆਪਣੀ। ਰੇਡੀਅਸ ਹੈਗਾ ਉਹ ਕਿੰਨਾ ਤੁਹਾਡੇ ਕੋਲ r = 20, ਉਹਨੂੰ ਆਪਾਂ r ਲੈਟ ਕਰ ਲਿਆ, ਦੂਸਰੀ ਨੂੰ ਸਮਾਲ r ਲੈ ਲਿਆ। ਬਾਟਮ ਦਾ ਕਿੰਨਾ ਗਾ 12 ਅਤੇ ਹਾਈਟ ਕਿੰਨੀ ਆਪਣੇ ਕੋਲ 16। ਹੁਣ ਫਰਸਟਮ ਦੇ ਫਾਰਮੂਲਿਆਂ ਦੇ ਵਿੱਚ ਇੱਕ ਫਾਰਮੂਲਾ ਲੱਗਦਾ ਹੁੰਦਾ ਕਰਵਡ ਸਰਫੇਸ ਏਰੀਆ ਆਪਾਂ ਫਾਈਂਡ ਕਰਨਾ। ਤਾਂ ਕਰਵਡ ਸਰਫੇਸ ਏਰੀਆ ਦਾ ਫਾਰਮੂਲਾ ਹੁੰਦਾ ਹੈਗਾ CSA ਦਾ ਫਾਰਮੂਲਾ ਹੁੰਦਾ ਰਾਜੇ πr + r l। ਕੋਨ ਦਾ πr l ਹੁੰਦਾ ਗਾ ਨਾ ਆਪਣੇ ਕੋਲੇ। ਹੁਣ l ਕੀ ਹੁੰਦੀ ਆਪਣੇ ਕੋਲੇ, ਇਹ ਵਾਲੀ ਹਾਈਟ ਜਿਹੜੀ ਹੈ ਸਲਾਂਟ ਹਾਈਟ ਆਪਣੀ, ਇਹ ਵਾਲੀ ਇਹ ਆਪਾਂ ਫਾਈਂਡ ਕਰਨੀ ਪਊ। ਸਲਾਂਟ ਹਾਈਟ ਦਾ ਕੀ ਫਾਰਮੂਲਾ ਹੁੰਦਾ ਗਾ ਤੁਹਾਨੂੰ ਪਤਾ ਹੋਊਗਾ, r² + h²। ਹੁਣ ਇੱਥੇ r ਆਪਣੇ ਕੋਲੇ 2 ਹੈ, ਮਤਲਬ ਵੱਡੀ r - ਛੋਟੀ r ਦਾ ਸਕੁਅਰ + h²। ਹੁਣ ਇਹਦੇ ਵਿੱਚ ਆਪਾਂ ਵੈਲਿਊ ਪੁੱਟ ਕਰਕੇ ਪਹਿਲਾਂ ਸਲੈਂਟ ਹਾਈਟ ਕੱਢਾਂਗੇ, ਪਹਿਲਾਂ l ਕੱਢੋ। r - r² + h²। r ਕਿੰਨੀ ਤੁਹਾਡੇ ਕੋਲੇ 20 - 12 ਦਾ ਸਕੁਅਰ + 16 ਦਾ ਸਕੁਅਰ। ਇਹ ਆਜੂ ਮਾਈਨਸ ਕਰਕੇ 8 ਦਾ ਸਕੁਅਰ + 16 ਦਾ ਸਕੁਅਰ, 64 + 16 ਦਾ ਸਕੁਅਰ ਕੀਤਾ 256। ਇਹ ਆਜੂਗਾ ਤੁਹਾਡੇ ਕੋਲੇ 320। ਹੁਣ ਇੱਥੇ ਤੁਹਾਨੂੰ ਰੂਟ ਕੱਢਣੇ ਹੋਣੇ ਚਾਹੀਦੇ ਨੇ। ਜੇ ਇਹਨੂੰ ਤੁਸੀਂ ਸੋਲਵ ਕਰੋਗੇ ਤੁਹਾਡੇ ਕੋਲੇ ਰੂਟ ਬਣ ਕੇ ਆ ਜਾਣਗੇ 8√5 ਸੈਂਟੀਮੀਟਰ। ਇਹ ਜੇ ਤੁਹਾਨੂੰ ਨਹੀਂ ਕੱਢਣੇ ਆਉਂਦੇ ਹੈਗੇ ਤਾਂ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਦੁਬਾਰਾ ਸਿਖਾ ਦੂੰ ਕਿਸੇ ਹੋਰ ਵੀਡੀਓ ਦੇ ਵਿੱਚ। ਪਰ ਇੱਕ ਵਾਰੀ ਆਪਾਂ ਇੱਥੇ ਮੈਂ ਡਾਇਰੈਕਟ ਕੱਢ ਕੇ ਹੁਣ ਆਪਾਂ ਕਰਵਡ ਸਰਫੇਸ ਏਰੀਆ ਕਰਨਾ। ਫਸਟ ਪਾਰਟ ਆਪਾਂ ਨੂੰ ਕਿਹਾ ਹੋਇਆ ਹੈਗਾ ਕਰਵਡ ਸਰਫੇਸ ਏਰੀਆ ਆਫ ਫਰਸਟਮ। ਕਰਵਡ ਸਰਫੇਸ ਦਾ ਤੁਹਾਨੂੰ ਪਹਿਲੀ ਫਾਰਮੂਲਾ ਦੱਸਿਆ ਹੈਗਾ πr + r l। ਪਾਈ ਦੀ ਵੈਲਿਊ ਤੁਹਾਨੂੰ ਆਖਿਆ ਲਾਸਟ 'ਤੇ ਪੁੱਟ ਕਰਿਆ ਕਰੋ, ਜੇ ਲੋੜ ਪਵੇ ਤਾਂ ਨਹੀਂ ਛੱਡ ਦਿਆ ਕਰੋ। r ਕਿੰਨੀ ਹੈ ਤੁਹਾਡੇ ਕੋਲੇ 20, ਸਮਾਲ r ਕਿੰਨੀ ਹੈਗੀ 12, l ਕਿੰਨੀ ਹੈ ਤੁਹਾਡੇ ਕੋਲੇ 8√5। ਇਹਦਾ ਪਲੱਸ ਕਰਾਂਗੇ ਕਿੰਨਾ ਆ ਜਾਊਗਾ ਤੁਹਾਡੇ ਕੋਲੇ 32। 32 π × 8√5। 32 ਦੀ 8 ਨਾਲ ਮਲਟੀਪਲਾਈ ਕਰੋਗੇ ਤੁਹਾਡੇ ਕੋਲ ਆ ਜਾਊਗਾ 256√5 ਅਤੇ ਨਾਲ ਲਿਖ ਦਿਓ ਪਾਈ ਸੈਂਟੀਮੀਟਰ ਸਕੁਅਰ। ਬਸ ਇੱਥੇ ਛੱਡ ਦੂੰਗੀ, ਅੱਗੇ ਦੀ ਸੋਲਵ ਕਰੋਗੇ 22/7 ਭਰੋਗੇ, ਪਾਈ ਦੀ ਵੈਲਿਊ ਜ਼ਿਆਦਾ ਹੋ ਲੈਂਥੀ ਹੋ ਜੂ। ਇਹਦੀ ਵੀ ਕੋਈ ਮਾਰਕਸ ਨਹੀਂ ਕੱਢਦਾ, ਸਹੀ ਆ। ਬਟ ਉਹਨਾਂ ਨੇ ਜੇ ਦਿੱਤੀ ਹੋਈ ਤੁਹਾਨੂੰ ਵੀ ਪਾਈ ਦੀ ਵੈਲਿਊ 22/7 ਪੁੱਟ ਕਰਨੀ ਹੈ ਜਾਂ 3/14, ਫਿਰ ਆਪਾਂ ਨੂੰ ਪੁੱਟ ਕਰਨੀ ਕਰੋ। ਜੇ ਨਹੀਂ ਇੱਥੇ ਛੱਡ ਦਿਓ, ਕੋਈ ਗਲਤ ਨਹੀਂ ਕਰਦਾ, ਸਹੀ ਹੈ ਸਮ। ਸੈਕਿੰਡ ਪਾਰਟ ਆਪਣਾ ਇਹਦਾ ਵੋਲੀਅਮ। ਹੁਣ ਵੋਲੀਅਮ ਕੀ ਹੁੰਦਾ ਫਰਸਟਮ ਦਾ 1/3 πh r² + r² + r ਮਲਟੀਪਲਾਈ। ਵੋਲੀਅਮ ਦੇ ਵਿੱਚ ਹਮੇਸ਼ਾ 3 ਆਊਗਾ ਹੀ ਆਊਗਾ। ਜੇ ਕਿਸੇ ਵੀ ਚੀਜ਼ ਦਾ ਵੋਲੀਅਮ ਕੱਢਣਾ ਤੁਸੀਂ ਵੀ ਉਹ 'ਚ ਕਪੈਸਿਟੀ ਕਿੰਨੀ ਹੈ, ਵੋਲੀਅਮ ਮਤਲਬ ਜਿਹੜੀ ਸਪੇਸ ਕਵਰ ਕੀਤੀ ਸੀ ਉਹ ਜਗ੍ਹਾ ਨੇ ਉਹ ਕਿੰਨੀ ਹੈ ਵੋਲੀਅਮ, ਇਹਦੇ ਵਿੱਚ ਜਿਹੜਾ ਚੀਜ਼ ਆਊਗੀ ਉਹਦਾ ਆਇਤਨ ਕਿੰਨਾ ਮਤਲਬ ਵੋਲੀਅਮ। ਤਾਂ 1/3 ਵੈਲਿਊ ਪੁੱਟ ਕਰੋ। ਪਾਈ ਤੁਹਾਨੂੰ ਕਿਆ ਨਾ ਕਰਿਆ ਕਰੋ। h ਕੀ ਹੈ ਤੁਹਾਡੇ ਕੋਲ 16, h ਕਿੰਨੀ ਹੈ ਹਾਈਟ 16 r ਤੁਹਾਡੀ ਉਹੀ r ਕਿੰਨੀ ਹੈ ਤੁਹਾਡੀ r20, ਦੂਸਰੀ 12 ਦਾ ਸਕੁਅਰ ਪਲੱਸ ਇਹਨਾਂ ਦੀ ਮਲਟੀਪਲਾਈ 12 ਮਲਟੀਪਲਾਈ 20 ਮਲਟੀਪਲਾਈ 12 ਸੌਰੀ 1/3 π 16 ਉਵੇਂ ਆ ਗਿਆ। ਇਹਦੀ ਮਲਟੀਪਲਾਈ ਕੀਤੀ ਆਪਣੇ ਕੋਲ ਆ ਗਿਆ 400, 12 ਦੀ 12 ਨਾਲ ਕੀਤੀ ਆਪਣੇ ਕੋਲ ਆ ਗਿਆ 144 ਪਲੱਸ ਇਹਦੀ ਨਾਲ 12 ਦੀ 2 ਨਾਲ ਕੀਤੀ 240। ਇਹਨਾਂ ਨੂੰ ਪਲੱਸ ਕਰ ਦਿਓ 1/3 16/3 π। ਇਹਨਾਂ ਦੀ ਮਲਟੀਪਲਾਈ ਸੌਰੀ ਪਲੱਸ ਕਰੋਗੇ, ਪਲੱਸ ਕਰਕੇ ਆ ਜਾਊਗਾ 784। ਕੱਟ ਤਾਂ ਇਹ ਹੁੰਦੇ ਨਹੀਂ ਹੈਗੇ ਨਾ, ਅਗਰ ਦੇਖ ਲਓ ਜੇ ਕੱਟ ਹੁੰਦੇ ਕਿਸ ਟੇਬਲ 'ਤੇ 3 'ਤੇ ਕੱਟ ਹੁੰਦੇ ਨਹੀਂ ਹੈਗੇ ਤਾਂ ਇਹਨਾਂ ਦੀ ਮਲਟੀਪਲਾਈ ਕਰ ਦਿਓ 16 ਦੀ 784 ਨਾਲ ਮਲਟੀਪਲਾਈ ਕਰ ਦਿਓ। ਮਲਟੀਪਲਾਈ ਕਰਕੇ ਤੁਹਾਡੇ ਕੋਲ ਆ ਜਾਊਗਾ 12544/3। ਮਲਟੀਪਲਾਈ ਕਰਕੇ ਚੈੱਕ ਕਰ ਲਓ ਇੱਕ ਵਾਰੀ, ਠੀਕ ਹੈ। ਨਾਲ ਆ ਜਾਊਗਾ ਪਾਈ ਸੈਂਟੀਮੀਟਰ ਕਿਊਬ ਤੁਹਾਡਾ ਵੋਲੀਅਮ ਨਿਕਲਿਆ ਹੈ ਫਸਟਮ ਦਾ। ਬਸ ਮੇਨ ਗੱਲ ਕੀ ਸੀਗੀ ਸਾਰੀ ਫਾਰਮੂਲੇ 'ਤੇ। ਅਗਰ ਤੁਹਾਨੂੰ ਫਾਰਮੂਲਾ ਯਾਦ ਹੈ ਤਾਂ ਕੋਈ ਵੀ ਸਮ ਔਖਾ ਨਹੀਂ ਹੈਗਾ। ਹੁਣ ਨੈਕਸਟ ਦੇਖੋ, ਨੈਕਸਟ ਹੈ ਜੇ ਲਾਸਟ ਸੋਲਵ। 2 ਕੁਐਸਚਨ ਦਿੱਤੇ ਹੋਏਗਾ ਤੁਹਾਨੂੰ 2x + 3y = 11। ਦੂਸਰੀ ਹੈਗੀ 3x - 2y = 4। ਇਹ ਕੁਐਸਚਨ ਬਹੁਤ ਰਿਪੀਟ ਹੁੰਦਾ ਰਿਹਾ, ਜੇ ਪੇਪਰ 'ਚ ਆਉਂਦਾ ਹੀ ਆਉਂਦਾ। ਹੁਣ ਇਹਦੇ ਤੋਂ ਤੁਸੀਂ ਕੋਈ ਮਰਜ਼ੀ ਮੈਥਡ ਲਗਾ ਲਓ, ਗ੍ਰਾਫ ਵਾਲਾ ਮੈਥਡ ਵੀ, ਬਟ ਉਹ ਜੇ ਆਪਾਂ ਨੂੰ ਗ੍ਰਾਫ ਕਹਿਣਗੇ ਆਪਾਂ ਤਾਂ ਹੀ ਲਗਾਵਾਂਗੇ। ਸਬਸਟੀਟਿਊਸ਼ਨ ਮੈਥਡ ਲਗਾ ਲਓ ਕੋਈ ਵੀ ਤੁਸੀਂ, ਇੱਕ ਦੀ ਵੈਲਿਊ ਇਹਦੇ ਵਿੱਚੋਂ x ਦੀ ਵੈਲਿਊ ਕੱਢ ਕੇ ਦੂਸਰੇ 'ਚ ਪੁੱਟ ਕਰ ਦਿਓ, y ਦੀ ਨਿਕਲੀ ਆਊਗੀ ਆਪਣੇ ਕੋਲ, ਠੀਕ ਹੈ। ਚਾਹੇ ਤੁਸੀਂ ਹੁਣ ਇਹਦੇ 'ਤੇ ਸਬਸਟੀਟਿਊਸ਼ਨ ਮੈਥਡ ਲਗਾ ਲਓ, ਚਾਹੇ ਤੁਸੀਂ ਐਲੀਮੀਨੇਸ਼ਨ ਮੈਥਡ ਲਗਾ ਲਓ, ਜਿਹੜਾ ਮਰਜ਼ੀ ਮੈਥਡ ਲਗਾ ਲਓ ਤੁਹਾਡਾ ਸਮ ਆ ਜਾਊਗਾ। ਜਾਂ ਤੁਸੀਂ 23 ਵਾਰ ਵਾਲਾ ਲਗਾ ਲਓ। x ਅਤੇ y ਦੀ ਵੈਲਿਊ ਚਾਹੀਦੀ ਆਪਾਂ ਨੂੰ। ਇਹ ਆਪਾਂ ਇਹਨਾਂ ਸਮ ਦੇ ਵਿੱਚ ਵੀ ਅੱਜ ਆਪਾਂ ਇਹ ਕਈ ਸਮ ਦੇ ਵਿੱਚ ਕਰ ਲਿਆ x ਅਤੇ y ਦੀ ਵੈਲਿਊ ਕਿਵੇਂ ਕੱਢਣੀ ਹੈ। ਅਤੇ ਇਹੀ ਸਮ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਕੀਤਾ ਹੋਇਆ ਸੇਮ, ਕਿਉਂਕਿ ਤੁਹਾਨੂੰ ਪੇਪਰ 'ਚ ਇੱਦਾਂ ਦਾ ਸਮ ਆਊਗਾ ਹੀ ਆਊਗਾ ਇੱਕ ਤਰ੍ਹਾਂ 'ਚ। ਤਾਂ ਇਹ ਸਮ ਤੁਸੀਂ ਖੁਦ ਕਰਨਾ ਗਾ। ਹਾਂ ਤੁਹਾਨੂੰ ਇਹਦੀ ਇਸ ਸਮ ਤੁਸੀਂ ਖੁਦ ਸੋਲਵ ਕਰਕੇ ਦੇਖਣਾ, ਤੁਹਾਨੂੰ ਮੈਂ ਆਨਸਰ ਦੱਸ ਦਿੰਦੀ ਹਾਂ। x ਦੀ ਵੈਲਿਊ ਆਊਗੀ 34/,
13 y ਦੀ ਵੈਲਿਊ ਆਊਗੀ 25/13। ਤਾਂ ਹੁਣ ਤੁਸੀਂ ਇਹ ਸਮ ਸੋਲਵ ਕਰਕੇ ਦੇਖੋ ਤੁਹਾਡੇ ਤੋਂ ਹੁੰਦਾ ਇਹ ਆਨਸਰ ਸੇਮ ਨਿਕਲਦੇ ਨੇਗੇ। ਤੁਹਾਨੂੰ ਕਿੰਨਾ ਕੁ ਆਉਣ ਲੱਗ ਗਿਆ, ਕਿੰਨਾ ਕੁ ਸਮਝ ਦੇ ਵਿੱਚ ਆ ਰਿਹਾ। ਜੇ ਸਮ ਕਰੋਗੇ, ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਸਮਝ ਆ ਜਾਊਗਾ, ਤਾਂ ਹੀ ਤੁਹਾਨੂੰ ਪਤਾ ਲੱਗੂ ਕਿੰਨੇ ਕੁ ਪਾਣੀ 'ਚੋਂ ਤੁਸੀਂ। ਠੀਕ ਹੈ, ਚਲੋ ਹੁਣ ਆਪਾਂ ਮਿਲਦੇ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਥੈਂਕ ਯੂ।